ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਵਿੱਚ ਹੁੰਦੀਆਂ ਘਟਨਾਵਾਂ ਤਾਂ ਤੁਸੀਂ ਆਮ ਸੁਣੀਆਂ ਹੀ ਹੋਣਗੀਆਂ, ਪਰ ਕਈ ਵਾਰ ਇਹ ਘਟਨਾਵਾਂ ਇੰਨੀਆਂ ਪ੍ਰਤੱਖ ਹੋ ਜਾਂਦੀਆਂ ਹਨ ਕਿ ਨਾ ਮੰਨਣ ਵਾਲੇ ਨੂੰ ਵੀ ਮੰਨਣਾ ਹੀ ਪੈਂਦਾ ਹੈ। ਤੇ ਕੁਝ ਅਜਿਹੀ ਘਟਨਾ ਇੱਕ ਸਿੱਖ ਪਰਿਵਾਰ ਦੇ ਨਾਲ ਹੋਈ, ਜਿਸ ਦੀ ਗਵਾਹੀ ਅਖਬਾਰ ਵਾਲੇ ਤੇ ਡਾਕਟਰਾਂ ਨੂੰ ਵੀ ਭਰਨ ਲਈ ਮਜਬੂਰ ਹੋਣਾ ਪਿਆ। ਰਾਜਸਥਾਨ ਦੇ ਇੱਕ ਪਿੰਡ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ ਸੀ, ਜਿਨ੍ਹਾਂ ਵਿੱਚ ਮਨਜੀਤ ਸਿੰਘ, ਉਹਨਾਂ ਦੀ ਪਤਨੀ ਤੇ ਉਹਨਾਂ ਦੇ ਮਾਤਾ-ਪਿਤਾ ਸਨ। ਭਾਈ ਮਨਜੀਤ ਸਿੰਘ ਜੀ ਦਾ ਰਾਜਸਥਾਨ ਵਿੱਚ ਬਹੁਤ ਵੱਡਾ ਕਾਰੋਬਾਰ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਮੈਰਿਜ ਹੋਈ ਸੀ ਤੇ ਉਸ ਸਿੱਖ ਪਰਿਵਾਰ ਵਿੱਚ ਇੱਕ ਬੱਚੀ ਨੇ ਜਨਮ ਲਿਆ। ਪਰ ਉਸ ਬੱਚੀ ਨੂੰ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਸ ਵਿੱਚ ਕੋਈ ਕਮੀ ਹੈ। ਉਸ ਬੱਚੀ ਨੂੰ ਦੇਖ ਕੇ ਸਾਰੇ ਪਰਿਵਾਰ ਵਾਲੇ ਬੜੇ ਖੁਸ਼ ਹੋਏ ਤੇ ਉਹ ਬੱਚੀ ਸਾਰੇ ਪਰਿਵਾਰ ਦੀ ਪਿਆਰੀ ਬਣ ਗਈ। ਉਹ ਸਾਰਿਆਂ ਦਾ ਧਿਆਨ ਖਿੱਚ ਲੈਂਦੀ ਸੀ ਤੇ ਉਸਦੇ ਚਿਹਰੇ ਵਿੱਚੋਂ ਇੱਕ ਅਲੱਗ ਹੀ ਝਲਕ ਦਿਖਾਈ ਦਿੰਦੀ ਸੀ। ਪਰਿਵਾਰ ਵਾਲੇ ਉਸ ਨੂੰ ਬੜਾ ਪਿਆਰ ਕਰਦੇ ਤੇ ਉਸ ਨੂੰ ਚੁੱਕ ਕੇ ਖਿਲਾਉਂਦੇ। ਸਮਾਂ ਬੀਤਦਾ ਗਿਆ ਤੇ ਉਸ ਬੱਚੀ ਦੀ ਉਮਰ ਹੁਣ 3 ਸਾਲ ਦੀ ਹੋ ਚੁੱਕੀ ਸੀ ਤੇ ਜਦੋਂ ਉਹ ਬੱਚੀ 3 ਸਾਲ ਦੀ ਹੋਈ ਤੇ ਸਾਰੇ ਪਰਿਵਾਰ ਵਾਲੇ ਉਸ ਲਈ ਪਰੇਸ਼ਾਨ ਹੋਣਾ ਸ਼ੁਰੂ ਹੋ ਗਏ। ਉਹ ਇਸ ਕਰਕੇ ਕਿਉਂਕਿ ਉਹ ਬੱਚੀ 3 ਸਾਲ ਦੀ ਹੋ ਚੁੱਕੀ ਸੀ, ਪਰ ਉਹ ਕੁਝ ਬੋਲ ਨਹੀਂ ਰਹੀ ਸੀ ਤੇ ਪਰਿਵਾਰ ਵਾਲਿਆਂ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਕਿ ਉਸ ਨੂੰ ਇੱਕ ਵੱਡੇ ਡਾਕਟਰ ਤੋਂ ਦਿਖਾਇਆ ਜਾਵੇ। ਉਸ ਬੱਚੀ ਦੇ ਟੈਸਟ ਕਰਾਏ ਗਏ ਤੇ ਟੈਸਟ ਦੇ ਵਿੱਚ ਰਿਪੋਰਟ ਇਹ ਆਈ ਤੇ ਉਹ ਰਿਪੋਰਟ ਸੁਣ ਕੇ ਸਾਰੇ ਪਰਿਵਾਰ ਵਾਲੇ ਦੰਗ ਰਹਿ ਗਏ ਤੇ ਡਾਕਟਰ ਨੇ ਕਿਹਾ ਕਿ ਉਸ ਬੱਚੀ ਦੇ ਨਾ ਬੋਲਣ ਪਿੱਛੇ ਇਹ ਕਾਰਨ ਹੈ ਕਿ ਉਹ ਬੱਚੀ ਸੁਣ ਨਹੀਂ ਸਕਦੀ। ਤਾਂ ਮਨਜੀਤ ਸਿੰਘ ਜੀ ਨੇ ਡਾਕਟਰ ਨੂੰ ਇਹ ਕਿਹਾ ਕਿ ਉਸ ਦੇ ਕੰਨ ਵਿੱਚ ਕੋਈ ਮਸ਼ੀਨ ਲਗਾ ਕੇ ਉਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਤੇ ਡਾਕਟਰ ਨੇ ਕਿਹਾ ਕਿ ਉਹ ਬੱਚੀ ਸ਼ੁਰੂ ਤੋਂ ਹੀ ਸੁਣ ਨਹੀਂ ਸਕਦੀ, ਇਸ ਕਰਕੇ ਉਸ ਨੂੰ ਕਿਸੇ ਯੰਤਰ ਜਾਂ ਕਿਸੇ ਮਸ਼ੀਨ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਤੇ ਡਾਕਟਰ ਨੇ ਕਿਹਾ ਕਿ ਇਸ ਦਾ ਕੋਈ ਇਲਾਜ ਦੁਨੀਆ ਵਿੱਚ ਨਹੀਂ ਹੈ ਤੇ ਡਾਕਟਰ ਹੱਥ ਖੜੇ ਕਰ ਗਿਆ। ਉਸਨੇ ਉਸ ਬੱਚੀ ਦਾ ਇਲਾਜ ਨਹੀਂ ਕੀਤਾ ਤੇ ਉਸਨੇ ਕਿਹਾ ਕਿ ਤੁਹਾਡੀ ਬੱਚੀ ਜ਼ਿੰਦਗੀ ਭਰ ਐਵੇਂ ਹੀ ਰਹੇਗੀ। ਡਾਕਟਰ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਬੜਾ ਦੁਖੀ ਹੋਇਆ, ਸਾਰੇ ਨਿਰਾਸ਼ ਹੋ ਚੁੱਕੇ ਸਨ। ਮਨਜੀਤ ਸਿੰਘ ਜੀ ਹਰ ਪਾਸਿਓਂ ਬੇਟੀ ਨੂੰ ਦਿਖਾ ਕੇ ਲਿਆਏ, ਪਰ ਉੱਥੋਂ ਨਿਰਾਸ਼ ਹੋ ਕੇ ਹੀ ਆਏ। ਫਿਰ ਇੱਕ ਦਿਨ ਭਾਈ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ। ਉਹ ਇੱਕ ਪਾਸੇ ਨਿਰਾਸ਼ ਹੋ ਕੇ ਬੈਠੇ ਹੋਏ ਸਨ। ਐਨੇ ਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੀ ਆ ਗਏ। ਉਹਨਾਂ ਨੇ ਮਨਜੀਤ ਸਿੰਘ ਜੀ ਨੂੰ ਆ ਕੇ ਪੁੱਛਿਆ ਤੇ ਮਨਜੀਤ ਸਿੰਘ ਜੀ ਨੇ ਸਾਰੀ ਗੱਲ ਗ੍ਰੰਥੀ ਸਿੰਘ ਨੂੰ ਦੱਸੀ ਤੇ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਤੁਸੀਂ ਆਪਣੇ ਘਰ ਸੁਖਮਨੀ ਸਾਹਿਬ ਦਾ ਪਾਠ ਕਰਾਓ, ਗੁਰੂ ਸਾਹਿਬ ਜੀ ਆਪ ਹੀ ਨਜ਼ਰ ਕਰਨਗੇ ਤੇ ਸਭ ਠੀਕ ਕਰ ਦੇਣਗੇ। ਤੇ ਮਨਜੀਤ ਸਿੰਘ ਜੀ ਨੇ ਇਦਾਂ ਹੀ ਕੀਤਾ। ਉਹਨਾਂ ਨੇ ਆਪਣੇ ਘਰ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਪਰ ਫਿਰ ਵੀ ਉਹਨਾਂ ਦੇ ਹੱਥ ਕੁਝ ਨਾ ਲੱਗਾ। ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਸਨ ਤੇ ਮਨਜੀਤ ਸਿੰਘ ਜੀ ਦਾ ਧਿਆਨ ਆਪਣੇ ਕੰਮ ਵਿੱਚ ਵੀ ਨਹੀਂ ਲੱਗਦਾ ਸੀ। ਫਿਰ ਇੱਕ ਦਿਨ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਾਉਣ ਨੂੰ ਕਿਹਾ ਸੀ, ਉਹ ਇੱਕ ਦਿਨ ਉਹਨਾਂ ਨੂੰ ਬਾਜ਼ਾਰ ਵਿੱਚ ਮਿਲੇ ਤਾਂ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਹੁਣ ਆਪ ਜੀ ਦੀ ਬੱਚੀ ਦਾ ਕੀ ਹਾਲ ਹੈ। ਤੇ ਮਨਜੀਤ ਸਿੰਘ ਜੀ ਨੇ ਮਾਯੂਸ ਹੋ ਕੇ ਕਿਹਾ ਤੇ ਮਨਜੀਤ ਸਿੰਘ ਜੀ ਨੇ ਕਿਹਾ ਕਿ ਖਾਲਸਾ ਜੀ, ਪਤਾ ਨਹੀਂ ਸਾਡੇ ਨਾਲ ਕੀ ਹੋ ਰਿਹਾ ਹੈ, ਬੱਚੀ ਦੀ ਹਾਲਤ ਵਿੱਚ ਕੁਝ ਸੁਧਾਰ ਨਹੀਂ ਆਇਆ। ਤੇ ਭਾਈ ਮਨਜੀਤ ਸਿੰਘ ਜੀ ਨੇ ਕਿਹਾ ਕਿ ਸਾਰਾ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੈ ਤੇ ਭਾਈ ਸਾਹਿਬ ਗ੍ਰੰਥੀ ਸਿੰਘ ਜੀ ਕੋਲ ਜਾ ਕੇ ਰੋਣ ਲੱਗ ਪਏ ਤੇ ਗ੍ਰੰਥੀ ਸਿੰਘ ਜੀ ਨੇ ਕਿਹਾ ਕਿ ਜਿਹੜਾ ਕੰਮ ਦੁਨੀਆ ਵਿੱਚ ਕਿਤੇ ਨਾ ਹੁੰਦਾ ਹੋਵੇ, ਉਹ ਕੰਮ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਹੁੰਦੇ ਪ੍ਰਤੱਖ ਦੇਖੇ ਹਨ। ਗੁਰੂ ਰਾਮਦਾਸ ਜੀ ਦਾ ਦਰ ਅਜਿਹਾ ਦਰ ਹੈ ਜਿੱਥੇ ਰੋਗੀਆਂ ਦੇ ਰੋਗ, ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ। ਤੇ ਗ੍ਰੰਥੀ ਸਿੰਘ ਨੇ ਮਨਜੀਤ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਵਿਖੇ ਆਪਦੇ ਪਰਿਵਾਰ, ਆਪਦੀ ਬੱਚੀ ਨੂੰ ਲੈ ਕੇ ਜਾਣਾ ਹੈ, ਉੱਥੇ ਆਪਣੀ ਬੱਚੀ ਦਾ ਇਸ਼ਨਾਨ ਕਰਾਉਣਾ ਹੈ ਤੇ ਪਰਿਕਰਮਾ ਵਿੱਚ ਬੈਠ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਜਦ ਤੱਕ ਪਾਠ ਪੂਰਾ ਨਾ ਹੋ ਜਾਵੇ ਤੁਸੀਂ ਉੱਥੋਂ ਉੱਠਣਾ ਨਹੀਂ। ਤੇ ਬਾਅਦ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣੀ ਬੇਟੀ ਦੀ ਤੰਦਰੁਸਤੀ ਲਈ ਅਰਦਾਸ ਕਰਨੀ ਹੈ। ਭਾਈ ਮਨਜੀਤ ਸਿੰਘ ਜੀ ਪਹਿਲਾਂ ਕਦੀ ਦਰਬਾਰ ਸਾਹਿਬ ਨਹੀਂ ਗਏ, ਪਰ ਉਹਨਾਂ ਦਾ ਗੁਰੂ ਚਰਨਾਂ ਵਿੱਚ ਵਿਸ਼ਵਾਸ ਪੂਰਾ ਸੀ ਤੇ ਜਿਵੇਂ ਗ੍ਰੰਥੀ ਸਿੰਘ ਨੇ ਦੱਸਿਆ ਸੀ ਉਵੇਂ ਹੀ ਭਾਈ ਮਨਜੀਤ ਸਿੰਘ ਜੀ ਨੇ ਕੀਤਾ। ਭਾਈ ਮਨਜੀਤ ਸਿੰਘ ਜੀ ਨੇ ਅੰਮ੍ਰਿਤ ਵੇਲੇ 2 ਵਜੇ ਆਪਣੀ ਬੇਟੀ ਦਾ ਇਸ਼ਨਾਨ ਕਰਾਇਆ, ਬਾਅਦ ਵਿੱਚ ਆਪ ਇਸ਼ਨਾਨ ਕੀਤਾ। ਫਿਰ ਪਰਿਕਰਮਾ ਵਿੱਚ ਬੈਠ ਕੇ ਆਪਦੀ ਬੇਟੀ ਨੂੰ ਆਪਦੀ ਗੋਦ ਵਿੱਚ ਲੈ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਦਿੱਤਾ ਤੇ ਪਾਠ ਆਪਣੀ ਬੇਟੀ ਨੂੰ ਸੁਣਾਉਂਦੇ ਰਹੇ। ਭਾਈ ਸਾਹਿਬ ਪਾਠ ਕਰਦੇ ਰਹੇ ਤੇ ਆਪਣੀ ਬੇਟੀ ਨੂੰ ਵੀ ਵਿੱਚ ਤੱਕਦੇ ਰਹੇ ਤੇ ਪਾਠ ਚੱਲਦੇ ਦੌਰਾਨ ਉਹਨਾਂ ਦੀ ਬੇਟੀ ਨੇ 2-3 ਵਾਰੀ ਆਂ ਦੀ ਆਵਾਜ਼ ਕੱਢੀ ਤੇ ਐਦਾਂ ਜਿਵੇਂ ਛੋਟੇ ਬੱਚੇ ਕਰਦੇ ਹਨ ਉਦਾਂ ਆਵਾਜ਼ ਕੱਢਣੀ ਸ਼ੁਰੂ ਕਰ ਦਿੱਤੀ। ਪਰ ਭਾਈ ਸਾਹਿਬ ਇਕਾਗਰਤਾ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ। ਫਿਰ ਬਾਅਦ ਵਿੱਚ ਸੇਵਾਦਾਰ ਆਏ, ਉਹ ਸਾਰੀਆਂ ਸੰਗਤਾਂ ਨੂੰ ਪਰਿਕਰਮਾ ਵਿੱਚੋਂ ਉਠਾਉਣ ਲੱਗੇ ਤੇ ਪਾਣੀ ਮਾਰਨ ਲੱਗੇ ਤਾਂ ਕਿ ਉਹ ਪਰਿਕਰਮਾ ਦੀ ਸਫਾਈ ਕਰ ਸਕਣ। ਤੇ ਸੇਵਾਦਾਰਾਂ ਨੇ ਭਾਈ ਸਾਹਿਬ ਨੂੰ ਵੀ ਉੱਠਣ ਨੂੰ ਕਿਹਾ, ਪਰ ਭਾਈ ਸਾਹਿਬ ਨਾ ਉੱਠੇ ਤੇ ਇਕਾਗਰਤਾ ਨਾਲ ਪਾਠ ਕਰਦੇ ਰਹੇ। ਭਾਈ ਸਾਹਿਬ ਦੇ ਸਾਰੇ ਕੱਪੜੇ ਗਿੱਲੇ ਹੋ ਗਏ, ਪਰ ਉਹਨਾਂ ਨੇ ਪਾਠ ਨਾ ਛੱਡਿਆ
ਉਹਨਾਂ ਨੂੰ ਇਹ ਲੱਗਦਾ ਸੀ ਕਿ ਕੋਈ ਨਾ ਕੋਈ ਚਮਤਕਾਰ ਹੋਵੇਗਾ, ਪਰ ਕੁਝ ਨਹੀਂ ਹੋਇਆ। ਫਿਰ ਭਾਈ ਸਾਹਿਬ ਨੂੰ ਲੱਗਾ ਕਿ ਮੈਨੂੰ ਅਰਦਾਸ ਕਰਨੀ ਚਾਹੀਦੀ ਹੈ। ਫਿਰ ਉਹਨਾਂ ਨੇ ਅਰਦਾਸ ਕੀਤੀ, ਪਰ ਫਿਰ ਵੀ ਉਹਨਾਂ ਦੀ ਬੱਚੀ ਬੋਲਣ ਨਾ ਲੱਗੀ। ਫਿਰ ਉਹਨਾਂ ਨੂੰ ਲੱਗਾ ਕਿ ਮੈਨੂੰ ਬੱਚੀ ਦਾ ਅੰਦਰ ਜਾ ਕੇ ਮੱਥਾ ਟਿਕਾਉਣਾ ਚਾਹੀਦਾ ਹੈ। ਫਿਰ ਉਹਨਾਂ ਨੇ ਜਾ ਕੇ ਬੱਚੀ ਦਾ ਮੱਥਾ ਟਿਕਾਇਆ, ਪਰ ਜਿਸ ਪ੍ਰਕਾਰ ਦੀ ਉਹਨਾਂ ਨੇ ਕਲਪਨਾ ਕੀਤੀ ਸੀ, ਜਿਸ ਪ੍ਰਕਾਰ ਦਾ ਉਹਨਾਂ ਨੇ ਚਮਤਕਾਰ ਸੋਚਿਆ ਸੀ, ਅਜਿਹਾ ਕੁਝ ਨਹੀਂ ਬੋੜਿਆ। ਇਹ ਸਭ ਵੇਖ ਕੇ ਭਾਈ ਮਨਜੀਤ ਸਿੰਘ ਜੀ ਬੜੇ ਨਿਰਾਸ਼ ਹੋਏ ਕਿ ਇੱਥੇ ਆ ਕੇ ਵੀ ਬੱਚੀ ਬੋਲਣ ਨਾ ਲੱਗੀ। ਫਿਰ ਭਾਈ ਸਾਹਿਬ ਵਾਪਸ ਰਾਜਸਥਾਨ ਆ ਗਏ। ਫਿਰ ਇੱਕ ਅਜਿਹੀ ਘਟਨਾ ਘਟੀ ਜਿਸ ਦੇ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਫਿਰ 6 ਮਹੀਨਿਆਂ ਬਾਅਦ ਉਸ ਬੱਚੀ ਨੇ ਕੁਝ ਬੋਲਿਆ ਤੇ ਉਸ ਦਾ ਪਹਿਲਾ ਸ਼ਬਦ ਸੀ ਮੰਮੀ। ਫਿਰ ਭਾਈ ਮਨਜੀਤ ਸਿੰਘ ਜੀ ਉਸ ਬੱਚੀ ਨੂੰ ਉਸੇ ਡਾਕਟਰ ਕੋਲ ਲੈ ਕੇ ਚਲੇ ਗਏ ਜਿਸ ਡਾਕਟਰ ਨੇ ਕਿਹਾ ਕਿ ਦੁਨੀਆ ਵਿੱਚ ਇਸ ਦਾ ਕੋਈ ਇਲਾਜ ਨਹੀਂ। ਜਦੋਂ ਡਾਕਟਰ ਨੇ ਟੈਸਟ ਕੀਤੇ ਤੇ ਰਿਪੋਰਟਾਂ ਦੇਖੀਆਂ, ਡਾਕਟਰ ਵੀ ਹੈਰਾਨ ਰਹਿ ਗਿਆ ਤੇ ਉਸਨੇ ਮਨਜੀਤ ਸਿੰਘ ਜੀ ਨੂੰ ਕਿਹਾ ਕਿ ਹੁਣ ਆਪ ਜੀ ਦੀ ਬੱਚੀ ਬਿਲਕੁਲ ਨਾਰਮਲ ਹੈ। ਤੇ ਡਾਕਟਰ ਨੇ ਕਿਹਾ ਕਿ ਜੇ ਆਪ ਜੀ ਦੀ ਬੱਚੀ ਹੁਣ ਬੋਲਣਾ ਸ਼ੁਰੂ ਕਰ ਗਈ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ 6 ਮਹੀਨੇ ਜਾਂ ਫਿਰ ਸਾਲ ਪਹਿਲਾਂ ਇਹ ਬੱਚੀ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ। ਜਦੋਂ ਇਸ ਬੱਚੀ ਨੂੰ ਕੁਝ ਨਹੀਂ ਸੁਣਦਾ ਸੀ, ਉਦੋਂ ਇਹ ਕੁਝ ਨਹੀਂ ਬੋਲ ਸਕਦੀ ਸੀ। ਫਿਰ ਭਾਈ ਮਨਜੀਤ ਸਿੰਘ ਜੀ ਨੇ ਡਾਕਟਰ ਨੂੰ ਪੁੱਛਿਆ ਕਿ ਜੇ ਮੇਰੀ ਬੱਚੀ ਸੁਣ ਨਹੀਂ ਸਕਦੀ ਸੀ ਤੇ ਇਹ ਬੋਲਦੀ ਕਿਉਂ ਨਹੀਂ ਸੀ। ਫਿਰ ਡਾਕਟਰ ਨੇ ਭਾਈ ਸਾਹਿਬ ਨੂੰ ਸਮਝਾਇਆ ਕਿ ਜਦੋਂ ਬੱਚੇ ਛੋਟੇ ਹੁੰਦੇ ਹਨ ਤੇ ਉਸਦੇ ਪਰਿਵਾਰ ਵਾਲੇ ਉਹਨਾਂ ਸਾਹਮਣੇ ਬੋਲਦੇ ਹਨ ਤਾਂ ਉਹ ਜੋ ਭਾਸ਼ਾ ਬੋਲਦੇ ਹਨ ਉਹੀ ਬੱਚੇ ਜੇ ਸੁਣਦੇ ਹਨ ਤੇ ਉਦਾਂ ਹੀ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤੇ ਐਦਾਂ ਉਹ ਆਪਣੀ ਆਵਾਜ਼ ਵਿੱਚ ਬੋਲਣਾ ਸਿੱਖ ਜਾਂਦੇ ਹਨ। ਡਾਕਟਰ ਸਾਹਿਬ ਨੇ ਕਿਹਾ ਕਿ ਜਦੋਂ ਪਰਿਵਾਰ ਵਾਲੇ ਆਪਣੀ ਲੈਂਗੁਏਜ ਵਿੱਚ ਉਸ ਬੱਚੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚੇ 2-3 ਸਾਲਾਂ ਵਿੱਚ ਉਸ ਲੈਂਗੁਏਜ ਨੂੰ ਕੈਚ ਕਰਨਾ ਸ਼ੁਰੂ ਕਰ ਦਿੰਦੇ ਹਨ। ਤੁਹਾਡਾ ਬੱਚਾ ਇਸ ਕਰਕੇ ਕੁਝ ਨਹੀਂ ਬੋਲਦਾ ਸੀ ਕਿਉਂਕਿ ਇਸ ਨੂੰ ਕੁਝ ਸੁਣਦਾ ਹੀ ਨਹੀਂ ਸੀ। ਜਦੋਂ ਤੁਸੀਂ ਇਸ ਦੇ ਸਾਹਮਣੇ ਬੋਲਦੇ ਸੀ, ਨਾ ਤਾਂ ਇਸ ਨੂੰ ਕੁਝ ਸੁਣਦਾ ਸੀ ਤੇ ਨਾ ਤਾਂ ਇਹ ਕੋਈ ਧਿਆਨ ਦਿੰਦੀ ਸੀ। ਤੇ ਡਾਕਟਰ ਨੇ ਕਿਹਾ ਕਿ ਜੋ ਪਿਛਲੀਆਂ ਰਿਪੋਰਟਾਂ ਵਿੱਚ ਆਇਆ ਸੀ, ਹੁਣ ਦੀ ਰਿਪੋਰਟਾਂ ਵਿੱਚ ਉਸ ਤੋਂ ਉਲਟ ਹੈ। ਤੁਹਾਡੀ ਬੱਚੀ ਦਾ ਪਿਛਲੇ 1 ਸਾਲ ਤੋਂ ਠੀਕ ਹੋ ਚੁੱਕੀ ਹੈ। ਤੇ ਭਾਈ ਮਨਜੀਤ ਸਿੰਘ ਜੀ ਨੂੰ ਸਭ ਸਮਝ ਆ ਗਿਆ ਕਿ ਮੇਰੀ ਬੱਚੀ ਉਦੋਂ ਹੀ ਠੀਕ ਹੋ ਗਈ ਸੀ ਜਦੋਂ ਮੈਂ ਦਰਬਾਰ ਸਾਹਿਬ ਇਸ ਨੂੰ ਮੱਥਾ ਟਿਕਾਉਣ ਲੈ ਕੇ ਗਿਆ ਸੀ। ਫਿਰ ਬਾਅਦ ਵਿੱਚ ਭਾਈ ਮਨਜੀਤ ਸਿੰਘ ਜੀ ਆਪਣੀ ਬੇਟੀ ਨੂੰ ਲੈ ਕੇ ਦਰਬਾਰ ਸਾਹਿਬ ਗਏ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸਾਡੇ ਚੈਨਲ ਦੇ ਉੱਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਹੋਰ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਇਤਿਹਾਸਕ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।